ਸ਼੍ਰੀ ਨਾਨਕ ਪਦ ਪੰਕਜ ਬੰਧਨ ਪਦ ਪੰਕਜ ਬੰਧਨ ਸਿਮਰੋ ਅੰਗਦ ਦੁਖ ਨਿਕੰਦਨਾ ਅਮਰਦਾਸ ਗੁਰ ਹਿਰਦੇ ਧਿਆਵੋ ਹਿਰਦੇ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਧਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਬਿਨਾਸਨ ਸੋਏ। ਦੋਹਰਾ ਸਤਿਗੁਰ ਲੀਲਾ ਲਲਿਤ ਇਉ ਕਰਤ ਬ੍ਰਿਦਤ ਜਗ ਕੰਤ ਪ੍ਰਫੁੱਲਤ ਕਲ ਫੂਲ ਸੋ ਸ਼ੋਭਤ ਰਿਤੂ ਬਸੰਤ। ਜੁਗ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਅਤ ਸਤਿਕਾਰਯੋਗ ਸਤਸੰਗੀ ਜਨੋ, ਸਾਹਿਬਾਂ ਨੂੰ ਸੀਸ ਝੁਕਾਉਂਦੇ ਹੋਏ ਦੋਵੇਂ ਹੱਥ ਜੋੜ ਕੇ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਜੀ ਦੀ ਕਿਰਪਾ ਦੇ ਸਦਕਾ ਇਸ ਭਾਗ ਸਮਾਂ ਪ੍ਰਾਪਤ ਹੋਇਆ ਹੈ ਕਿ ਰੋਜ਼ਾਨਾ ਅਸੀਂ ਜਿੱਥੇ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ, ਉਸ ਦੇ ਨਾਲ ਨਾਲ ਇਤਿਹਾਸ ਤੋਂ ਜਾਣੂ ਹੋਣ ਦਾ ਵੀ ਯਤਨ ਕਰਦੇ ਹਾਂ। ਪਿਛਲੇ ਕੁਝ ਦਿਨਾਂ ਤੋਂ ਅਸੀਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਪੂਰਵ ਅਧਿਆਏ 10ਵੇਂ ਦਾ ਪ੍ਰਸੰਗ ਸਰਵਣ ਕੀਤਾ ਹੈ, ਜਿਸ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਬਾਬਤ ਜੋ ਇਤਿਹਾਸ ਹੈ, ਜਿਸ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਪਿਤਾ ਜੀ ਦੇ ਵੱਲੋਂ ਹੁਕਮ ਪ੍ਰਾਪਤ ਕਰਕੇ ਗਾਵਾਂ ਮੱਝਾਂ ਚਾਰਨ ਦੇ ਵਾਸਤੇ ਜਾਂਦੇ ਨੇ। ਇਸੇ ਤਰ੍ਹਾਂ ਰੋਜ਼ਾਨਾ ਦੀ ਕਾਰ ਕਰਦਿਆਂ ਇੱਕ ਦਿਨ ਕੋਈ ਕਿਸਾਨ ਇਹ ਮਹਿਸੂਸ ਕਰਦਾ ਵੀ ਉਸ ਦਾ ਖੇਤ ਗਾਵਾਂ ਮੱਝਾਂ ਨੇ ਉਜਾੜ ਦਿੱਤਾ ਤੇ ਉਹ ਬੋਲ ਕਬੋਲ ਬੋਲਣ ਲੱਗ ਪਿਆ। ਤੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਹ ਬਚਨ ਸੁਣੇ ਤਾਂ ਕਿਸਾਨ ਆਖਦਾ, ਜਾਂ ਤਾਂ ਮੇਰੀ ਫਸਲ ਦਾ ਉਜਾੜਾ ਭਰਿਆ ਜਾਵੇ, ਨਹੀਂ ਤਾਂ ਉਸ ਇਲਾਕੇ ਦੇ ਨਵਾਬ ਰਾਏ ਪੁਲਾਰ ਦੇ ਕੋਲ ਤੁਹਾਨੂੰ ਲੈ ਕੇ ਜਾਵਾਂਗਾ।
ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਉਹ ਕਿਸਾਨ ਰਾਏ ਬੁਲਾਰ ਦੇ ਕੋਲ ਲੈ ਕੇ ਜਾਂਦਾ ਤੇ ਉੱਥੇ ਹੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਨੂੰ ਵੀ ਬੁਲਾ ਲਿਆ ਜਾਂਦਾ ਵੀ ਇਸ ਤਰ੍ਹਾਂ ਕਰਕੇ ਇਹ ਸਾਰਾ ਕੁਝ ਵਰਤਾਂਤ ਵਾਪਰਿਆ ਹੈ। ਹੁਣ ਆਪ ਜੀ ਦੱਸੋ ਵੀ ਕਿਸ ਤਰ੍ਹਾਂ ਨਿਬੇੜਾ ਕਰਨਾ ਹੈ। ਜਦੋਂ ਕਿਸਾਨ ਦੀ ਸਾਰੀ ਵਾਰਤਾਲਾਪ ਰਾਏ ਬੁਲਾਰ ਸੁਣਦਾ ਤਾਂ ਉਹ ਆਖ ਦਿੰਦਾ ਵੀ ਇਸ ਫਸਲ ਦਾ ਨਜ਼ਰਾਨਾ ਭਰਨਾ ਪਵੇਗਾ। ਤੇ ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖਦੇ ਨੇ ਵੀ ਤੁਸੀਂ ਇੱਕ ਪੱਖ ਦੀ ਗੱਲ ਸੁਣ ਕੇ ਫੈਸਲਾ ਨਹੀਂ ਕਰ ਸਕਦੇ। ਤੇ ਬਾਅਦ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣਾ ਪੱਖ ਵੀ ਰੱਖਦੇ ਨੇ। ਤੇ ਇਸੇ ਤਰ੍ਹਾਂ ਜਦੋਂ ਪਾਤਸ਼ਾਹ ਜੀ ਆਪਣਾ ਪੱਖ ਰੱਖਦੇ ਨੇ ਤਾਂ ਰਾਏ ਬੁਲਾਰ ਦੇ ਮਨ ਦੇ ਵਿੱਚ ਵੀ ਸ਼ੰਕਾ ਪੈਦਾ ਹੋ ਜਾਂਦਾ, ਭਾਈ ਗੱਲ ਤਾਂ ਠੀਕ ਹੈ ਵੀ ਦੋਨਾਂ ਧਿਰਾਂ ਦੀ ਵਿਚਾਰ ਸੁਣ ਕੇ ਹੀ ਫੈਸਲਾ ਲਿਆ ਜਾਵੇਗਾ। ਇੰਨੇ ਨੂੰ ਕਿਸਾਨ ਦੇ ਆਖਣ ਦੇ ਉੱਤੇ ਰਾਏ ਬੁਲਾਰ ਆਪਣੇ ਕਿਸੇ ਨੌਕਰ ਨੂੰ, ਆਪਣੇ ਕਿਸੇ ਸਿਪਾਹੀ ਨੂੰ ਉਹ ਖੇਤ ਦੇਖਣ ਦੇ ਵਾਸਤੇ ਭੇਜ ਦਿੰਦਾ ਜਿਹੜਾ ਗਾਵਾਂ ਮੱਝਾਂ ਵੱਲੋਂ ਉਜਾੜਿਆ ਗਿਆ ਸੀ। ਜਦੋਂ ਨੌਕਰ ਉਸ ਸਥਾਨ ਦੇ ਉੱਤੇ ਜਾ ਕੇ ਉਹ ਪੂਰਾ ਖੇਤ ਦੇਖਦਾ ਹੈ ਤਾਂ ਖੇਤ ਦੇ ਵਿੱਚ ਕੋਈ ਵੀ ਨੁਕਸਾਨ ਨਹੀਂ ਹੋਇਆ ਹੁੰਦਾ, ਫਸਲ ਉਸੇ ਤਰ੍ਹਾਂ ਲਹਿਰਾਉਂਦੀ ਹੈ, ਹਰਿਆ ਭਰਿਆ ਖੇਤ ਹੈ। ਤੇ ਆ ਕੇ ਸਾਰਾ ਵਰਤਾਂਤ ਉਹ ਸਿਪਾਹੀ ਰਾਏ ਬੁਲਾਰ ਨੂੰ ਦੱਸਦਾ ਤੇ ਆਖਦਾ ਹੈ ਵੀ ਇਹ ਝੂਠੀ ਫਰਿਆਦ ਲੈ ਕੇ ਆਇਆ ਹੈ, ਇਸ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਕਿਉਂਕਿ ਇਸ ਦੇ ਕਹਿਣ ਦੇ ਉੱਤੇ ਅਸੀਂ ਕਿਸੇ ਬਾਲਕ ਦਾ ਹਿਰਦਾ ਦੁਖਾਇਆ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਪੱਖ ਵੀ ਸਪਸ਼ਟ ਹੋ ਜਾਂਦਾ। ਇਸੇ ਤਰ੍ਹਾਂ ਰਾਏ ਬੁਲਾਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲੋਂ ਖਿਮਾ ਮੰਗਦਾ ਹੈ ਤੇ ਇਸੇ ਤਰ੍ਹਾਂ ਵਾਪਸ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਪਿਤਾ ਜੀ ਦੇ ਨਾਲ ਘਰ ਦੇ ਵਿੱਚ ਵਾਪਸ ਆ ਜਾਂਦੇ ਨੇ। ਜਿਵੇਂ ਰੋਜ਼ਾਨਾ ਗਾਵਾਂ ਮੱਝਾਂ ਚਾਰਨ ਜਾਂਦੇ ਨੇ ਤੇ ਕਵੀ ਜੀ ਆਖਦੇ ਨੇ ਕਿ ਉਹ ਗਾਵਾਂ ਮੱਝਾਂ ਦਾ ਸਰੀਰ ਵੀ ਰਿਸ਼ਟ ਪੁਸ਼ਟ ਹੋ ਗਿਆ ਤੇ ਵਧੀਆ ਕਿਸਮ ਦਾ ਦੁੱਧ ਵੀ ਉਹਨਾਂ ਦੇ ਘਰ ਦੇ ਵਿੱਚ ਇਕੱਠਾ ਹੋਣ ਲੱਗ ਪਿਆ। ਜਿਹੜੇ ਨੌਕਰ ਚਾਕਰ ਰੱਖੇ ਹੋਏ ਨੇ, ਜਿੱਥੇ ਵਧੀਆ ਦੁੱਧ ਮਿਲ ਰਿਹਾ ਉੱਥੇ ਵਧੀਆ ਤਰ੍ਹਾਂ ਦੇ ਨਾਲ ਦੁੱਧ ਨੂੰ ਜਾਗ ਲਗਾ ਕੇ ਰਿੜਕਿਆ ਜਾਂਦਾ, ਮੱਖਣ ਦੀ ਪ੍ਰਾਪਤੀ ਕੀਤੀ ਜਾਂਦੀ। ਇਹ ਸਾਰਾ ਕੁਝ ਵਰਤਾਂਤ ਕਵੀ ਜੀ ਨੇ ਆਪਣੀ ਕਲਮ ਦੇ ਨਾਲ ਪ੍ਰਸੰਗ ਨੂੰ ਲਿਖਦਿਆਂ ਹੋਇਆ ਖਾਲਸੇ ਦੀ ਝੋਲੀ ਦੇ ਵਿੱਚ ਇਹ ਇਤਿਹਾਸਕ ਸੋਮਾ ਪਾਇਆ ਹੈ। ਪਿਛਲੇ ਦੀਵਾਨਾਂ ਦੇ ਵਿੱਚ ਇਸ ਪ੍ਰਸੰਗ ਦੀ ਸਮਾਪਤੀ ਕੀਤੀ ਗਈ ਸੀ। ਅੱਜ ਦੇ ਪ੍ਰਸੰਗ ਦੇ ਵਿੱਚ ਅਸੀਂ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਇਤਿਹਾਸ ਦਾ ਹੀ ਪ੍ਰਸੰਗ ਹੈ, ਜਿਸ ਦੇ ਵਿੱਚ 11ਵਾਂ ਅਧਿਆਏ ਜਿਸ ਪ੍ਰਸੰਗ ਦਾ ਸਿਰਲੇਖ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਉੱਤੇ ਸੱਪ ਦੇ ਵੱਲੋਂ ਛਾਂ ਕੀਤੀ ਜਾਂਦੀ ਤੇ ਰਾਏ ਬੁਲਾਰ ਨੂੰ ਸਿਦਕ ਵੀ ਦਿੱਤਾ ਜਾਂਦਾ। ਇਹ ਸਾਰਾ ਪ੍ਰਸੰਗ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਆਰੰਭ ਕਰਾਂਗੇ ਤੇ ਅਗਲੇਰੇ ਦੀਵਾਨਾਂ ਤੱਕ ਇਸ ਪ੍ਰਸੰਗ ਦੀ ਵਿਚਾਰ ਵੀ ਸਰਵਣ ਕਰਦੇ ਰਹਾਂਗੇ। ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਦੋਹਰਾ ਸਤਿਗੁਰੂ ਲੀਲਾ ਲਲਤ ਇਉ ਕਰਤ ਬ੍ਰਿਤ ਜਗ ਕੰਤ, ਪਰ ਫੁੱਲਤ ਕਲ ਫੂਲ ਸੋ ਸ਼ੋਭਤ ਰਿਤੂ ਬਸੰਤ। ਹੁਣ ਭਾਈ ਬਾਲਾ ਜੀ ਆਖਦੇ ਨੇ, ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਸਨਮੁਖ ਭਾਈ ਬਾਲਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਕਥਾ ਦਾ ਪ੍ਰਸੰਗ ਸਰਵਣ ਕਰਾਉਂਦੇ ਨੇ ਤੇ ਉਸ ਇਲਾਕੇ ਦਾ ਜੋ ਦ੍ਰਿਸ਼ਟਾਂਤ ਹੈ, ਉਸ ਇਲਾਕੇ ਦੇ ਜਿਹੜੇ ਲੋਕ ਨੇ, ਉਸ ਇਲਾਕੇ ਦਾ ਜਿਹੜਾ ਪੌਣ ਪਾਣੀ ਹੈ, ਉਸ ਇਲਾਕੇ ਦਾ ਜਿਹੜਾ ਵਾਤਾਵਰਨ ਹੈ, ਉਸ ਦੇ ਪਰਥਾਏ ਹੁਣ ਭਾਈ ਬਾਲਾ ਜੀ ਜੋ ਇਤਿਹਾਸ ਲਿਖਿਆ ਗਿਆ ਉਸ ਦੇ ਬਾਬਤ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਸੁਣਾਉਣਾ ਕਰਦੇ ਨੇ ਕਿ ਸਤਿਗੁਰੂ ਲੀਲਾ ਲਲਤ ਇਉ ਕਰਤ ਬ੍ਰਿਤ ਜਗ ਕੰਤ, ਕਿ ਜਗਤ ਦੇ ਪਤੀ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਬਾਲ ਰੂਪ ਦੇ ਵਿੱਚ ਸੁੰਦਰ ਲੀਲਾ ਕਰਦੇ ਹੋਏ ਕਹਿੰਦੇ ਇੰਜ ਵੱਧ ਰਹੇ ਨੇ, ਇੰਜ ਉਹਨਾਂ ਦਾ ਸਰੀਰ ਵੱਧ ਰਿਹਾ, ਉਮਰ ਦੇ ਵਿੱਚ ਵਾਧਾ ਹੋ ਰਿਹਾ। ਪਰ ਫੁੱਲਤ ਕਲ ਫੂਲ ਸੋ ਸ਼ੋਭਤ ਰਿਤੂ ਬਸੰਤ, ਕਿ ਜਿਵੇਂ ਬਸੰਤ ਰੁੱਤ ਦੇ ਵਿੱਚ ਰੁੱਖਾਂ ਦੇ ਉੱਤੇ ਕਲੀਆਂ ਜਿਹੜੀਆਂ ਨੇ, ਕਲੀਆਂ ਤੋਂ ਫੁੱਲ ਖਿੜ ਕੇ ਸ਼ੋਭਾ ਪਾਉਂਦੇ ਨੇ, ਜਿਵੇਂ ਵਾਤਾਵਰਣ ਹਰਿਆਵਲ ਹੋ ਜਾਂਦਾ, ਵਾਤਾਵਰਣ ਦੇ ਵਿੱਚ ਤਬਦੀਲੀ ਆਉਂਦੀ ਹੈ, ਰੁੱਖ ਹਰੇ ਭਰੇ ਹੋ ਜਾਂਦੇ ਨੇ,
ਫੁੱਲ ਖਿੜਨੇ ਸ਼ੁਰੂ ਹੋ ਜਾਂਦੇ ਨੇ। ਕਹਿੰਦੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਜੀਵਨ ਦੇ ਵਿੱਚ ਵੱਧ ਰਹੇ ਨੇ। ਸੁੰਦਰ ਮਿਦਲ ਸਦਲ ਤਰ ਰਾਜੀ, ਬਰਨ ਬਰਨ ਬਰ ਉਪਮਾ ਸਾਜੀ। ਜਿਵੇਂ ਕਹਿੰਦੇ ਕੋਮਲ ਪੱਤੀਆਂ, ਸੁੰਦਰ ਮਿਦਲ ਸਦਲ ਤਰ ਰਾਜੀ, ਜਿਵੇਂ ਕੋਮਲ ਪੱਤੀਆਂ ਸਮੇਤ, ਤਰ ਦਾ ਭਾਵ ਹੁੰਦਾ ਰੁੱਖ, ਕਹਿੰਦੇ ਜਿਵੇਂ ਕੋਮਲ ਪੱਤੀਆਂ ਦੇ ਸਮੇਤ ਰੁੱਖ ਸ਼ੋਭਾ ਪਾਉਂਦੇ ਨੇ, ਰੁੱਖ ਸ਼ੋਭਿਤ ਹਨ। ਤੇ ਬਰਨ ਬਰਨ ਬਰ ਉਪਮਾ ਸ਼ਾਦੀ, ਤੇ ਰੰਗ ਬਰੰਗੀ ਸੁੰਦਰ ਉਪਮਾ ਜਿਹੜੀ ਹੈ ਉਹ ਛਾਈ ਹੋਈ ਹੈ। ਰੰਗ ਬਰੰਗੇ ਜਿਹੜੇ ਫੁੱਲ ਨੇ ਉਹ ਖਿੜੇ ਹੋਏ ਨੇ। ਕੁਦਰਤ ਦੇ ਵਿੱਚ ਰੰਗ ਬਰੰਗੇ ਫੁੱਲ ਖਿੜੇ ਹੋਣ ਦੇ ਕਾਰਨ ਕੁਦਰਤ ਜਿਹੜੀ ਹੈ ਉਹ ਸ਼ੋਭਾ ਪਾਉਂਦੀ ਹੈ। ਜਨ ਬਸੰਤ ਨਿਜ ਸੈਨ ਸ਼ਿੰਗਾਰੀ, ਜੀਤਨ ਜੇ ਬਿਰਹੀ ਨਰ ਨਾਰੀ। ਤੇ ਇੱਥੇ ਕਵੀ ਜੀ ਨਾਲ ਹੀ ਨਾਲ ਇੱਕ ਜੰਗ ਦਾ ਜ਼ਿਕਰ ਵੀ ਕਰਦੇ ਨੇ, ਜੰਗ ਦਾ ਪ੍ਰਸੰਗ ਵੀ ਰੱਖਦੇ ਨੇ ਕਿ ਕਹਿੰਦੇ ਮੰਨ ਲਓ ਵੀ ਉਹ ਸਾਰਾ ਵਾਤਾਵਰਨ ਇਸ ਤਰ੍ਹਾਂ ਸ਼ੋਭਨੀਕ ਹੋ ਰਿਹਾ ਕਿ ਜਿਵੇਂ ਬਸੰਤ ਨੇ ਆਪਣੇ ਜਿਹੜੇ ਰੁੱਖ ਨੇ ਉਹਨਾਂ ਦੇ ਉੱਤੇ ਫੁੱਲ ਇਹੋ ਜਿਹੇ ਨਿਹਾਰੇ ਨੇ ਜਿਵੇਂ ਕੋਈ ਰਾਜਾ ਆਪਣੀ ਫੌਜ ਨੂੰ ਸ਼ਿੰਗਾਰ ਕੇ ਰੱਖਦਾ, ਫੌਜ ਨੂੰ ਤਰ੍ਹਾਂ ਤਰ੍ਹਾਂ ਦੇ ਵਸਤਰ ਪਹਿਨਾ ਕੇ, ਜੰਗੀ ਵਸਤਰ ਪਹਿਨਾ ਕੇ ਉਹਨਾਂ ਦਾ ਸ਼ਿੰਗਾਰ ਕਰਦਾ ਹੈ ਨਾ। ਇਸੇ ਤਰ੍ਹਾਂ ਬਸੰਤ ਰੂਪੀ ਰਾਜੇ ਨੇ ਇਹ ਫੁੱਲਾਂ ਰੂਪੀ ਫੌਜ, ਕੁਦਰਤ ਰੂਪੀ ਫੌਜ ਨੂੰ ਜਿਹੜਾ ਹੈ ਸ਼ਿੰਗਾਰਿਆ ਹੋਇਆ ਹੈ। ਜੀਤਨ ਜੇ ਬਿਰਹੀ ਨਰ ਨਾਰੀ, ਜਿਵੇਂ ਵਿਛੜੇ ਹੋਏ ਨਰ ਨਾਰੀ ਨੇ ਬਿਰਹਾ ਜਿੱਤ ਲਈ ਹੋਵੇ, ਜਿਵੇਂ ਪਰਮਾਤਮਾ ਦੇ ਨਾਲੋਂ ਵਿਛੜੇ ਹੋਏ ਜਿਹੜੇ ਮਨੁੱਖ ਨੇ, ਇਸਤਰੀਆਂ ਨੇ, ਉਹਨਾਂ ਨੇ ਬਿਰਹਾ ਦੇ ਵਸ ਪੈ ਕੇ ਉਸ ਪਰਮਾਤਮਾ ਨੂੰ ਜਿਹੜਾ ਹੈ ਮਿਲਾਪ ਪ੍ਰਾਪਤ ਕੀਤਾ ਹੋਵੇ। ਸਭ ਪਲਾਸ ਤੇ ਪਾਤ ਨੇ ਪਾਤੀ, ਫੂਲੇ ਫੂਲ ਲਾਲ ਬਲ ਭਾਂਤੀ। ਕਹਿੰਦੇ ਜਿਹੜੇ ਪੱਤੇ ਰੁੱਖਾਂ ਦੇ ਉੱਤੇ ਬਿਰਧ ਹੋ ਗਏ ਨੇ ਤੇ ਉਹ ਪੱਤਝੜ ਆਈ, ਨਵੇਂ ਪੱਤਿਆਂ ਨੇ, ਨਵੇਂ ਫੁੱਲਾਂ ਨੇ ਉੱਗਣਾ ਹੈ। ਇਸੇ ਤਰ੍ਹਾਂ ਜਿਹੜੇ ਪੁਰਾਣੇ ਪੱਤੇ ਸੀ ਨਾ, ਜਿਨ੍ਹਾਂ ਦੀ ਉਮਰ ਵਧੇਰੀ ਹੋ ਗਈ, ਜਿਹੜੇ ਬਿਰਧ ਹੋ ਗਏ, ਕਹਿੰਦੇ ਉਹ ਪੱਤੇ ਝੜ ਗਏ ਨੇ ਤੇ ਲਾਲ ਰੰਗ ਦੇ ਫੁੱਲੇ ਫੂਲ ਲਾਲ ਭਲ ਭਾਂਤੀ, ਲਾਲ ਰੰਗ ਦੇ ਫੁੱਲ ਭਾਂਤ ਭਾਂਤ ਦੇ ਜਿਹੜੇ ਨੇ ਤਰ੍ਹਾਂ ਤਰ੍ਹਾਂ ਦੇ ਖਿੜੇ ਹੋਏ ਨੇ। ਮਨੋਹ ਸੁਭਟ ਪਟ ਰੰਗਣ ਰਾਂਗੇ, ਚੜੇ ਜੁਦ ਕਰ ਆਰਨ ਵਾਗੇ। ਤੇ ਕਹਿੰਦੇ ਉਹ ਜਿਹੜੇ ਲਾਲ ਰੰਗ ਦੇ ਫੁੱਲ ਰੰਗ ਬਰੰਗੇ ਭਾਂਤ ਭਾਂਤ ਦੇ ਤਰ੍ਹਾਂ ਤਰ੍ਹਾਂ ਦੇ ਖਿੜੇ ਹੋਏ ਨੇ ਨਾ, ਕਹਿੰਦੇ ਇੰਜ ਪ੍ਰਤੀਤ ਹੋ ਰਿਹਾ ਵੀ ਜਿਵੇਂ ਰਾਜੇ ਨੇ ਆਪਣੀ ਫੌਜ ਨੂੰ ਲਾਲ ਰੰਗ ਦੇ ਵਸਤਰ ਪਹਿਨਾ ਦਿੱਤੇ ਹੋਣ। ਕਿਸੇ ਰਾਜੇ ਦੀ ਫੌਜ ਹੋਵੇ ਨਾ, ਜਿਵੇਂ ਫੌਜ ਦੇ ਉੱਤੇ ਭਰੀ ਫੌਜ ਨੇ ਲਾਲ ਰੰਗ ਦੇ ਵਸਤਰ ਪਹਿਨੇ ਹੋਣ, ਇਸੇ ਤਰ੍ਹਾਂ ਕਹਿੰਦੇ ਕੁਦਰਤ ਦੇ ਵਿੱਚ ਇਹ ਲਾਲ ਰੰਗ ਦੇ ਫੁੱਲ ਜਿਹੜੇ ਖਿੜੇ ਹੋਏ ਨੇ, ਇੰਜ ਪ੍ਰਤੀਤ ਹੋਇਆ ਕਿ ਜਿਵੇਂ ਸੂਰਮਿਆਂ ਨੇ ਲਾਲ ਰੰਗ ਦੇ ਕੱਪੜੇ ਪਹਿਨੇ ਹੋਣ ਤੇ ਚੜੇ ਯੁੱਧ ਕਰ ਆਰਨ ਵਾਗੇ, ਜਿਵੇਂ ਜੰਗ ਦੀ ਚੜ੍ਹਾਈ ਕਰਨ ਦੇ ਲਈ ਕਿਤੇ ਚੱਲੇ ਹੋਣ। ਇਸੇ ਤਰ੍ਹਾਂ ਕੁਦਰਤ ਵੀ ਤਿਆਰ ਬਰ ਤਿਆਰ ਹੈ, ਜਿਵੇਂ ਸਿਪਾਹੀ ਤਿਆਰ ਬਰ ਤਿਆਰ ਰਹਿੰਦੇ ਨੇ ਨਾ ਯੁੱਧ ਦੇ ਵਿੱਚ ਮੁਕਾਬਲਾ ਕਰਨ ਦੇ ਵਾਸਤੇ। ਇਸੇ ਤਰ੍ਹਾਂ ਉਹ ਕੁਦਰਤ ਦਾ ਜਿਹੜਾ ਦ੍ਰਿਸ਼ਟ ਹੈ ਉਹ ਕਵੀ ਜੀ ਆਪਣੀ ਕਲਮ ਦੇ ਨਾਲ ਅੰਕਿਤ ਕਰਦੇ ਨੇ। ਆਂਬਰ ਮੋਰ ਪਿਕ ਆਨੰਦ ਜਾਸੂ, ਕੂਕਤ ਕੋਕਿਲ ਕਲਰਵ ਤਾਸੂ। ਕਹਿੰਦੇ ਜਿਵੇਂ ਅੰਬਾਂ ਨੂੰ ਬੂਰ ਪਿਆ ਹੋਵੇ, ਅੰਬਾਂ ਨੂੰ ਬੂਰ ਪਿਆ ਦੇਖ ਕੇ ਕੋਇਲ ਕੋ ਕੂਕਤ ਕੋਕਲ ਕਲਰ ਬਤਾਸੂ, ਵੇ ਜਿਵੇਂ ਕੋਇਲ ਖੁਸ਼ੀ ਦੇ ਵਿੱਚ ਬੜੀ ਸੁੰਦਰ ਆਵਾਜ਼ ਦੇ ਨਾਲ ਕੂਕਦੀ ਹੈ, ਸੁੰਦਰ ਆਵਾਜ਼ ਦੇ ਵਿੱਚ ਗੀਤ ਗਾਉਂਦੀ ਹੈ ਅੰਬਾਂ ਨੂੰ ਪਿਆ ਬੂਰ ਦੇਖ ਕੇ। ਜਨ ਬਸੰਤ ਕੀ ਦੇਤ ਦੁਹਾਈ, ਮਾਨਣ ਦੇਸ਼ ਜੇ ਮਾਨ ਕਢਾਈ। ਕਿ ਜਿਵੇਂ ਕਹਿੰਦੇ ਬਸੰਤ ਦੀ ਦੁਹਾਈ ਦੇ ਕੇ ਵੀ ਭਾਈ ਸੋਹਣਾ ਇਹ ਜਿਹੜਾ ਵਾਤਾਵਰਨ ਸਿਰਜਿਆ ਗਿਆ ਹੈ, ਸੋਹਣਾ ਮਾਹੌਲ ਬਣਿਆ ਹੋਇਆ, ਵਾਤਾਵਰਨ ਸੁੰਦਰ ਹੈ, ਵਾਤਾਵਰਨ ਸ਼ੋਭਨੀਕ ਹੋ ਰਿਹਾ। ਤੇ ਇਸੇ ਤਰ੍ਹਾਂ ਉਹ ਅਕਾਲ ਪੁਰਖ ਪ੍ਰਭੂ ਪਰਮਾਤਮਾ ਆਪਣੇ ਤੋਂ ਵਿਛੜੇ ਹੋਇਆ ਨੂੰ ਦੋਸ਼ ਦੇ ਰਿਹਾ ਹੋਵੇ ਵੀ ਭਾਈ ਇਸ ਰੁੱਤ ਦੇ ਵਿੱਚ ਤੁਸੀਂ ਉਸ ਪ੍ਰਭੂ ਪਰਮਾਤਮਾ ਦੇ ਨਾਲ ਮਿਲਾਪ ਕਾਇਮ ਕਰੋ, ਇਸ ਤੋਂ ਸੋਹਣੀ ਰੁੱਤ ਕੋਈ ਨਹੀਂ। ਤੇ ਜਿਸ ਤਰ੍ਹਾਂ ਉਸਨੇ ਸਾਰੀਆਂ ਜੀਵ ਇਸਤਰੀਆਂ ਦਾ ਘਮੰਡ ਤੋੜ ਦਿੱਤਾ ਹੋਵੇ, ਇਸੇ ਤਰ੍ਹਾਂ ਕਹਿੰਦੇ ਜਿਹੜਾ ਬਸੰਤ ਰੁੱਤ ਹੈ ਉਹ ਦੁਹਾਈ ਦੇ ਰਿਹਾ ਭਾਈ। ਪੁਸ਼ਪਨ ਕੀ ਮਕਰੰਦ ਨਿਹਾਰੀ, ਤੇ ਪਰ ਮਧੁਕਰ ਕਰਤ ਗੁੰਜਾਰੀ। ਤੇ ਜਿਵੇਂ ਕਹਿੰਦੇ ਫੁੱਲਾਂ ਦਾ ਰਸ ਦੇਖ ਕੇ ਆਮ ਤੌਰ ਦੇ ਉੱਤੇ ਦੇਖਿਆ ਜਾਂਦਾ ਵੀ ਜਿੱਥੇ ਫੁੱਲ ਸੋਹਣੇ ਹੋਣ ਨਾ, ਉਹਨਾਂ ਸਮਿਆਂ ਦੇ ਵਿੱਚ ਭੌਰੇ ਮੱਖੀਆਂ ਜਿਹੜੀਆਂ ਸ਼ਹਿਦ ਇਕੱਠਾ ਕਰਦੀਆਂ ਨੇ
ਉਹ ਸਾਰੇ ਫੁੱਲਾਂ ਦੇ ਉੱਤੇ ਮੰਡਰਾਉਂਦੀਆਂ ਨੇ, ਫੁੱਲਾਂ ਦੇ ਇਰਦ ਗਿਰਦ ਘੁੰਮਦੀਆਂ ਨੇ। ਤੇ ਇਸੇ ਤਰ੍ਹਾਂ ਕਵੀ ਜੀ ਆਖਦੇ ਨੇ ਸੋਹਣੇ ਫੁੱਲ ਖਿੜੇ ਹੋਣ ਦੇ ਕਾਰਨ ਉਹ ਭੋਰੇ ਜਿਹੜੇ ਨੇ, ਭੋਰਿਆਂ ਦੀ ਪ੍ਰੀਤ ਵੀ ਬਹੁਤ ਹੈ ਉਹ ਫੁੱਲਾਂ ਦੇ ਪ੍ਰਤੀ। ਤੇ ਇਸੇ ਤਰ੍ਹਾਂ ਉਹਨਾਂ ਦੀ ਜਿਹੜੀ ਆਵਾਜ਼ ਹੈ ਉਹ ਵੀ ਬਹੁਤ ਗੂੰਜਦੀ ਹੈ। ਜਨ ਬਸੰਤ ਨਿਰਭ ਆਗੇ ਬੀਨਾ, ਗਾਏ ਬਜਾਵੇ ਗੁਣੀ ਪਰਵੀਨਾ। ਕਹਿੰਦੇ ਜਿਵੇਂ ਬਸੰਤ ਦੇ ਰਾਜੇ ਦੇ ਅੱਗੇ ਕੋਈ ਨਿਪੁੰਨ ਗੁਣੀ ਬੀਨ ਵਜਾ ਰਿਹਾ ਹੋਵੇ, ਜਿਸ ਨੂੰ ਬੀਨ ਵਜਾਉਣ ਦੀ ਜਾਂਚ ਹੋਵੇ ਨਾ, ਬੀਨ ਵਜਾਉਣ ਦੇ ਵਿੱਚ ਪੂਰਾ ਪ੍ਰਤੱਖ ਹੋਵੇ ਤੇ ਕਿਸੇ ਦੇ ਅੱਗੇ ਬੀਨ ਵਜਾਉਂਦਾ ਹੋਵੇ। ਤੇ ਇਸੇ ਤਰ੍ਹਾਂ ਕਹਿੰਦੇ ਮੰਨੋ ਵੀ ਬਸੰਤ ਦੇ ਰਾਜੇ ਦੇ ਅੱਗੇ ਇਹ ਸਾਰੇ ਫੁੱਲ, ਇਹ ਸਾਰੇ ਪੱਤੀਆਂ, ਸਾਰੇ ਰੁੱਖ, ਕੁਦਰਤ ਦਾ ਹਰ ਇੱਕ ਅੰਗ ਉਸ ਬਸੰਤ ਰੁੱਤ ਦੇ ਅੱਗੇ ਬੀਨ ਵਜਾ ਕੇ ਉਸ ਨੂੰ ਕੀਲ ਰਿਹਾ ਹੋਵੇ। ਲਲਤ ਬੇਹੰਗ ਬੇਲੋਹੀ ਬਾਨੀ, ਜਨ ਬੰਦੀ ਜਨ ਕੀਰਤ ਗਾਨੀ। ਤੇ ਕਹਿੰਦੇ ਜਿਵੇਂ ਪੰਛੀ ਆਪਣੇ ਜੋਬਨ ਦੇ ਵਿੱਚ ਆ ਕੇ, ਪੰਛੀ ਪੂਰੇ ਆਨੰਦ ਦੇ ਵਿੱਚ ਆ ਕੇ ਮਿੱਠੇ ਬੋਲ ਬੋਲਦੇ ਨੇ ਨਾ, ਆਪਣੀ ਜ਼ੁਬਾਨ ਦੇ ਵਿੱਚੋਂ ਆਵਾਜ਼ਾਂ ਕੱਢਦੇ ਨੇ ਤਰ੍ਹਾਂ ਤਰ੍ਹਾਂ ਦੀਆਂ, ਕਹਿੰਦੇ ਮਿੱਠੇ ਬੋਲ ਬੋਲਦੇ ਨੇ। ਜਨ ਬੰਦੀ ਜਨ ਕੀਰਤ ਗਾਨੀ, ਜਿਵੇਂ ਕਹਿੰਦੇ ਭੱਟ ਲੋਕ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨ ਵਾਲੇ ਲੋਕ ਹਰੀ ਪਰਮਾਤਮਾ ਦੇ ਗੁਣ ਗਾਉਂਦੇ ਨੇ। ਸ਼ੀਤਲ ਮੰਤ ਸੁਗੰਧ ਸਮੀਰਾ, ਮਨ ਨ ਬਿਰਹਨ ਕਰਤ ਅਧੀਰਾ। ਕਹਿੰਦੇ ਜਿਵੇਂ ਸ਼ੀਤਲ ਹਵਾ ਚੱਲਦੀ ਹੋਵੇ, ਮੱਠੀ ਮੱਠੀ ਹਵਾ ਚੱਲਦੀ ਹੋਵੇ, ਉਸ ਮੱਠੀ ਮੱਠੀ ਹਵਾ ਦੀ ਸੁਗੰਧ ਹੋਵੇ ਤੇ ਫਿਰ ਆਖਦੇ ਨੇ ਮਨ ਨ ਬਿਰਹਨ ਕਰਤ ਅੰਧੀਰਾ। ਤੇ ਜਿਵੇਂ ਪਰਿਵਾਰ ਦੇ ਵਿੱਚ ਪਤੀ ਪਤਨੀ ਦੇ ਵਿੱਚ ਆਪਸ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ ਹੋਵੇ ਨਾ, ਤੇ ਕਹਿੰਦੇ ਪਤੀ ਦੋਸ਼ ਦੇਖ ਕੇ ਉਸ ਰੁੱਸੀ ਹੋਈ ਆਪਣੀ ਪਤਨੀ ਨੂੰ ਮਨਾਉਂਦੇ ਨੇ। ਤੇ ਇਸੇ ਤਰ੍ਹਾਂ ਪਤੀ ਤੋਂ ਵਿਛੜੀਆਂ ਹੋਈਆਂ ਜਿਹੜੀਆਂ ਇਸਤਰੀਆਂ ਨੇ, ਉਹ ਆਪਸ ਦੇ ਵਿੱਚ ਕਹਿੰਦੇ ਸਾਰੇ ਗਿਲੇ ਸ਼ਿਕਵੇ ਦੂਰ ਕਰਕੇ, ਕ੍ਰੋਧ ਦੀ ਭਾਵਨਾ ਨੂੰ ਦੂਰ ਕਰਕੇ ਆਪਸ ਦੇ ਵਿੱਚ ਪ੍ਰੇਮ ਪਿਆਰ ਦੇ ਨਾਲ ਰਲ ਕੇ ਰਹਿੰਦੇ ਨੇ। ਤੇ ਇਸੇ ਤਰ੍ਹਾਂ ਕਹਿੰਦੇ ਉਹ ਸਾਰਾ ਵਾਤਾਵਰਨ ਜਿਵੇਂ ਮੰਨ ਲਓ ਪਤਝੜ ਦੇ ਵਿੱਚ ਸਾਰੇ ਰੁੱਖਾਂ ਦੇ ਪੱਤੇ ਝੜ ਗਏ ਸਨ, ਤੇ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਸੀ ਵੀ ਕਿਸੇ ਦੇ ਨਾਲ ਆਪਸ ਦੇ ਵਿੱਚ ਇਹਨਾਂ ਪੱਤਿਆਂ ਦਾ ਰੁੱਖਾਂ ਦੇ ਨਾਲ ਝਗੜਾ ਹੈ। ਤੇ ਕਵੀ ਜੀ ਆਖਦੇ ਨੇ ਕਿ ਇਹ ਦੁਬਾਰਾ ਬਸੰਤ ਰੁੱਤ ਆਈ ਤੇ ਇੰਜ ਪ੍ਰਤੀਤ ਹੋ ਰਿਹਾ ਕਿ ਰੁੱਖਾਂ ਦੇ ਨਾਲ ਪੱਤਿਆਂ ਦਾ ਆਪਸੀ ਪ੍ਰੇਮ ਪਿਆਰ, ਰੁੱਖਾਂ ਦੇ ਨਾਲ ਪੱਤਿਆਂ ਦੇ ਨਾਲ ਫੁੱਲਾਂ ਦਾ ਆਪਸੀ ਪ੍ਰੇਮ ਪਿਆਰ, ਤੇ ਜਿਵੇਂ ਅੰਬ ਨੂੰ ਪੂਰ ਪੈ ਰਿਹਾ। ਇਹ ਸਾਰਾ ਕਵੀ ਜੀ ਦ੍ਰਿਸ਼ਟਾਂਤ ਲਿਖਦੇ ਨੇ, ਵਾਤਾਵਰਣ ਦੇ ਬਾਬਤ ਗੱਲ ਕਰਦੇ ਨੇ, ਬਸੰਤ ਰੁੱਤ ਦਾ ਪ੍ਰਸੰਗ ਇੱਥੇ ਸਾਨੂੰ ਸਮਝਾਉਣਾ ਕਰਦੇ ਨੇ। ਇਸੇ ਤਰ੍ਹਾਂ ਕਹਿੰਦੇ ਸਾਰੀ ਕਾਇਨਾਤ ਬਸੰਤ ਰੁੱਤ ਦੇ ਕਾਰਨ ਸ਼ੋਭਨੀਕ ਪ੍ਰਤੀਤ ਹੋ ਰਹੀ ਹੈ। ਸ਼ੇਤ ਸ਼ਿਆਮ ਸ਼੍ਰੋਣਤ ਪੁਨ ਪੀਤਾ, ਵਿਕਸੇ ਕੁਸਮਨ ਵੀਨੀ ਰੀਤਾ। ਇਸੇ ਤਰ੍ਹਾਂ ਹੁਣ ਕਵੀ ਜੀ ਆਖਦੇ ਨੇ ਕਿ ਜਿਵੇਂ ਕਹਿੰਦੇ ਸਫੇਦ, ਕਾਲਾ, ਲਾਲ, ਪੀਲਾ ਤੇ ਕੁਸਮ ਦਾ ਫੁੱਲ ਨਵੀਨ ਰੀਤ ਅਨੁਸਾਰ ਖਿੜਿਆ ਹੋਵੇ। ਕਹਿੰਦੇ ਜਿਵੇਂ ਰੰਗ ਬਰੰਗੇ ਫੁੱਲ ਖਿੜੇ ਹੁੰਦੇ ਨੇ, ਲਾਲ ਰੰਗ ਦੇ, ਪੀਲੇ ਰੰਗ ਦੇ, ਅਨੇਕਾਂ ਤਰ੍ਹਾਂ ਦੇ ਰੰਗ ਬਰੰਗੇ ਜਿਵੇਂ ਕਹਿੰਦੇ ਫੁੱਲ ਖਿੜੇ ਹੋਏ ਨੇ। ਤਰੁਸ਼ਾਖਾ ਪਰ ਮੰਜਰੀ ਸੋਹੀ, ਮਨੋ ਤਰੀਕ ਲੱਗੀ ਮਨ ਮੋਹੀ। ਤੇ ਇਸੇ ਤਰ੍ਹਾਂ ਕਹਿੰਦੇ ਜਿਵੇਂ ਦਰਖਤ ਦੀਆਂ ਟਾਹਣੀਆਂ ਤੇ ਮੁੰਜਰਾ ਸ਼ੋਭਦੀਆਂ ਨੇ, ਇਹਨਾਂ ਦੀਆਂ ਕਲਗੀਆਂ ਬਹੁਤ ਮਨਮੋਹਣੀਆਂ ਲੱਗਦੇ ਨੇ। ਆਮ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਰਾਤ ਦੀ ਰਾਣੀ ਦੀ ਵੀ ਵੇਲ ਹੁੰਦੀ। ਇਸੇ ਤਰ੍ਹਾਂ ਜਿਹੜੀਆਂ ਫੁੱਲਾਂ ਦੀਆਂ ਵੇਲਾਂ ਨੇ ਉਹ ਕਈ ਵਾਰੀ ਹੋਰ ਰੁੱਖਾਂ ਦੇ ਉੱਤੇ ਵੀ ਚੜ੍ਹ ਜਾਂਦੀਆਂ ਨੇ। ਇਸੇ ਤਰ੍ਹਾਂ ਕਹਿੰਦੇ ਵੀ ਉਹਨਾਂ ਰੁੱਖਾਂ ਦੇ ਉੱਤੇ ਚੜ੍ਹੀਆਂ ਹੋਈਆਂ ਵੇਲਾਂ ਜਿਹੜੀਆਂ ਫੁੱਲਾਂ ਦੀਆਂ ਨੇ ਉਹ ਵੀ ਬਹੁਤ ਸ਼ੋਭਨੀਕ ਨੇ। ਰੰਗਾਂ ਦੇ ਵਿੱਚੋਂ ਫੁੱਲਾਂ ਦੇ ਵਿੱਚੋਂ ਤਰ੍ਹਾਂ ਤਰ੍ਹਾਂ ਦੀਆਂ ਖੁਸ਼ਬੂਆਂ ਆਉਂਦੀਆਂ ਨੇ। ਹਰੇਕ ਦਾ ਮਨ ਜਿਹੜਾ ਹੈ ਇਸ ਕੁਦਰਤ ਦੇ ਵਰਤਾਰੇ ਨੂੰ ਦੇਖ ਕੇ ਮੋਹਿਆ ਜਾਂਦਾ ਹੈ। ਆਸ ਵਿਦ ਜੇ ਬਨ ਵੱਡ ਸ਼ਬਦ ਹਾਰੀ, ਵਿਚਰਤ ਤਹਿ ਨਾਨਕ ਸੁਖਕਾਰੀ। ਕਹਿੰਦੇ ਜਿਸ ਤਰ੍ਹਾਂ ਵਨ ਨੇ ਅਪਾਰ ਸ਼ੋਭਾ ਧਾਰਨ ਕੀਤੀ। ਹੁਣ ਉਸ ਥਾਂ ਦਾ ਜ਼ਿਕਰ ਕੀਤਾ ਗਿਆ ਜਿਸ ਥਾਂ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗਾਵਾਂ ਮੱਝਾਂ ਨੂੰ ਚਰਾਉਣ ਵਾਸਤੇ ਜਾਂਦੇ ਨੇ। ਉਸ ਥਾਂ ਦਾ ਜ਼ਿਕਰ ਕੀਤਾ ਗਿਆ ਵੀ ਜਿਸ ਵਣ ਦੇ ਵਿੱਚ, ਜਿਸ ਜੰਗਲ ਦੇ ਵਿੱਚ ਪਾਤਸ਼ਾਹ ਜੀ ਰੋਜ਼ ਵਿਚਰਦੇ ਨੇ, ਗਾਵਾਂ ਮੱਝਾਂ ਨੂੰ ਚਾਰਨ ਵਾਸਤੇ ਜਾਂਦੇ ਨੇ। ਤੇ ਉਸ ਥਾਂ ਦਾ ਜ਼ਿਕਰ ਕਵੀ ਜੀ ਕਰਦੇ ਨੇ ਕਿ ਇੰਨੀ ਸੁੰਦਰ ਰਮਣੀਕ ਜਗ੍ਹਾ ਹੈ ਜਿਸ ਥਾਂ ਦੇ ਉੱਤੇ ਪਾਤਸ਼ਾਹ ਜੀ ਇਹ ਰੋਜ਼ਾਨਾ ਦੀ ਕਾਰ ਕਰਨ ਵਾਸਤੇ ਜਾਂਦੇ ਨੇ। ਮਾਸ ਵਿਸਾਖ ਵੇਖੇ ਗੁਣ ਐਨਾ, ਚਾਰੇ ਤਹਾਂ ਮੈਖੇ ਪੁਣ ਧੇਨਾ। ਤੇ ਇਸੇ ਤਰ੍ਹਾਂ ਕਹਿੰਦੇ ਵੀ ਮਾਸ ਦਾ ਭਾਵ ਹੈ ਮਾਹ, ਵਿਸਾਖ ਦਾ ਭਾਵ ਹੈ ਮਹੀਨਾ।
ਕਹਿੰਦੇ ਵਿਸਾਖ ਦੇ ਮਹੀਨੇ ਦੇ ਵਿੱਚ ਗੁਣਾਂ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਚਾਰੇ ਤਹਾਂ ਮੈਖੇ ਪੁਨ ਤੇਨਾ। ਮੈਖੇ ਦਾ ਭਾਵ ਹੈ ਗਾਵਾਂ ਮੱਝਾਂ। ਤੇ ਵਿਸਾਖ ਦੇ ਮਹੀਨੇ ਵਸੰਤ ਦੀ ਰੁੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਸੁੰਦਰ ਵਣ ਦੇ ਵਿੱਚ, ਉਸ ਸੁੰਦਰ ਜੰਗਲ ਦੇ ਵਿੱਚ ਗਾਵਾਂ ਮੱਝਾਂ ਚਰਾਉਣ ਦੇ ਵਾਸਤੇ ਜਾਂਦੇ ਨੇ। ਮ੍ਰਿਦੁਲ ਹਰਤ ਜੇ ਤ੍ਰਿਣ ਨਵੀਨਾ, ਦੇਖ ਚਰਾਵੇ ਦਾਨੀ ਦੀਨਾ। ਤੇ ਕਹਿੰਦੇ ਕੋਮਲ ਹਰਿਆ ਘਾਹ ਵੇਖ ਕੇ, ਸੋਹਣਾ ਘਾਹ ਦੇਖ ਕੇ ਤੇ ਘਾਹ ਨੂੰ ਵੇਖ ਕੇ ਦੀਨਾ ਦੇ ਦਾਨੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇਖਦੇ ਨੇ ਵੀ ਜਿਸ ਥਾਂ ਦੇ ਉੱਤੇ ਵਧੀਆ ਕਿਸਮ ਦਾ ਘਾਹ ਹੈ, ਗਾਵਾਂ ਮੱਝਾਂ ਦੇ ਲਈ ਵਧੀਆ ਖੁਰਾਕ ਹੈ, ਉਸ ਥਾਂ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਗਾਵਾਂ ਮੱਝਾਂ ਨੂੰ ਚਰਾਉਣ ਵਾਸਤੇ ਜਾਂਦੇ ਨੇ। ਜਬ ਬਾਸਰ ਜੁਗ ਜਾਮ ਬਿਤੋਤਾ, ਮਾਰ ਤੰਡ ਕੀ ਚੰਦ ਦਿਓਤਾ। ਬਾਸਰ ਦਾ ਭਾਵ ਹੁੰਦਾ ਹੈ ਦਿਨ। ਕਿ ਕਹਿੰਦੇ ਜਦ ਦਿਨ ਦੇ 2 ਪਹਿਰ ਗੁਜ਼ਰਿਆ ਨਾ, ਮਾਰ ਤੰਡ ਦਾ ਭਾਵ ਹੈ ਸੂਰਜ ਤੇ ਚੰਡ ਦਾ ਭਾਵ ਹੈ ਗਰਮੀ। ਤੇ ਕਹਿੰਦੇ ਮਾਰ ਤੰਡ ਕੀ ਚੰਦ ਦਿਓਤਾ, ਜਿਹੜੀ ਸੂਰਜ ਦੀ ਤਪਸ਼ ਸੀ, ਸੂਰਜ ਦੀ ਗਰਮੀ ਸੀ, ਤੇ ਕਹਿੰਦੇ ਹੋਰ ਦੁੱਗਣੀ ਹੋ ਗਈ, ਹੋਰ ਤਿੱਖੀ ਹੋ ਗਈ। ਆਮ ਤੌਰ ਦੇ ਉੱਤੇ ਅਸੀਂ ਮਹਿਸੂਸ ਕਰਦੇ ਵੀ ਜਦੋਂ ਜਦੋਂ ਦਿਨ ਵੱਧਦਾ ਜਾਂਦਾ, ਦਿਨ ਦੇ ਵਿੱਚ ਸਮਾਂ ਵੱਧਦਾ ਜਾਂਦਾ, ਤੇ ਉਸ ਦੇ ਨਾਲ ਨਾਲ ਸੂਰਜ ਦੀ ਜਿਹੜੀ ਤਪਸ਼ ਹੈ, ਸੂਰਜ ਦੀ ਗਰਮੀ ਵੀ ਜਿਹੜੀ ਹੈ ਉਹ ਵੱਧਦੀ ਜਾਂਦੀ। ਇਸੇ ਤਰ੍ਹਾਂ ਕਹਿੰਦੇ ਦਿਨ ਦੇ 2 ਪਹਿਰ ਗੁਜ਼ਰੇ ਨੇ। 2 ਪਹਿਰ ਗੁਜ਼ਰਨ ਦੇ ਨਾਲ ਸੂਰਜ ਨੇ ਵੀ ਆਪਣਾ ਜਿਹੜਾ ਹੈ ਪ੍ਰਤਾਪ ਜਿਹੜਾ ਹੈ ਉਹ ਫੜਿਆ ਹੋਇਆ, ਤੇ ਸੂਰਜ ਦੀ ਜਿਹੜੀ ਤਪਸ਼ ਹੈ ਉਹ ਹੋਰ ਤਿੱਖੀ ਹੋਈ ਹੈ। ਸ਼ਰਮਤ ਕਸ਼ਕ ਹੋਏ ਕਰ ਅਲਸਾਏ, ਚਾਰਤ ਤੇਨ ਟਿਕੇ ਇੱਕ ਥਾਏ। ਤੇ ਇਸੇ ਤਰ੍ਹਾਂ ਕਹਿੰਦੇ ਗਾਵਾਂ ਨੂੰ ਚਰਾਉਂਦੇ ਚਰਾਉਂਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ 2 ਪਹਿਰ ਗੁਜ਼ਰ ਗਏ ਨੇ, 2 ਪਹਿਰ ਦਾ ਸਮਾਂ ਗੁਜ਼ਰਨ ਦੇ ਨਾਲ 2 ਪਹਿਰ ਦਾ ਭਾਵ ਹੋ ਗਿਆ ਨਾ ਵੀ 6 ਘੰਟੇ। ਇੱਕ ਪਹਿਰ ਦੇ ਵਿੱਚ 3 ਘੰਟੇ ਦਾ ਸਮਾਂ ਹੁੰਦਾ। ਅਸੀਂ ਕਹਿ ਦਿੰਦੇ ਹਾਂ ਕਿ 8 ਪਹਿਰ, 4 ਪਹਿਰ ਦਿਨ ਤੇ 4 ਪਹਿਰ ਰਾਤ, ਤੇ ਭਾਵ 6 ਘੰਟੇ ਦਾ ਸਮਾਂ ਹੋ ਗਿਆ। ਹੁਣ ਗਾਵਾਂ ਮੱਝਾਂ ਨੂੰ ਚਰਾਉਂਦੇ ਨੇ। ਇਸੇ ਤਰ੍ਹਾਂ ਕਹਿੰਦੇ ਗਾਵਾਂ ਮੱਝਾਂ ਨੂੰ ਚਰਾਉਂਦੇ ਚਰਾਉਂਦੇ ਜਦੋਂ 2 ਪਹਿਰ ਦਾ ਸਮਾਂ ਗੁਜ਼ਰੇਗਾ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਥਕਾਨ ਮਹਿਸੂਸ ਕਰਦੇ। ਕਹਿੰਦੇ ਗਊਆਂ ਨੂੰ ਚਰਾਉਂਦੇ ਚਰਾਉਂਦੇ ਇੱਕ ਥਾਂ ਦੇ ਉੱਤੇ ਬੈਠ ਜਾਂਦੇ ਨੇ। ਪਿਖ ਕਰ ਬਰ ਤੁਰ ਵਰ ਕੀ ਛਾਇਆ, ਸੈਨ ਕਰਨ ਹਿਤ ਚਿਤ ਬਿਰ ਮਾਇਆ। ਕਹਿੰਦੇ ਇਸੇ ਤਰ੍ਹਾਂ ਇੱਕ ਸੁੰਦਰ ਰੁੱਖ ਦੀ ਛਾਂ ਦੇਖ ਕੇ, ਉਹ ਸੁੰਦਰ ਰੁੱਖ ਦੀ ਛਾਂ ਦੇ ਹੇਠ ਵੇਖ ਕੇ ਸੌਣ ਵਾਸਤੇ ਉਹਨਾਂ ਦਾ ਦਿਲ ਕੀਤਾ। ਵੀ ਜਿਵੇਂ ਮਨਮੋਹਕ ਨਜ਼ਾਰਾ ਇਹ ਸਾਰਾ ਕਵੀ ਜੀ ਨੇ ਸਾਡੇ ਸਨਮੁਖ ਰੱਖਿਆ ਵੀ ਕਿਸ ਤਰ੍ਹਾਂ ਦਾ ਵਾਤਾਵਰਣ ਹੈ। ਇਸੇ ਤਰ੍ਹਾਂ ਰਮਣੀਕ ਨਜ਼ਾਰਾ ਦੇਖਦੇ ਆ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹ ਸਾਰਾ ਕੁਝ ਦੇਖਦੇ। ਜਿੱਥੇ ਥਕਾਨ ਮਹਿਸੂਸ ਕਰਦੇ ਨੇ ਉੱਥੇ ਮਨ ਦੇ ਵਿੱਚ ਆਰਾਮ ਕਰਨ ਦੇ ਬਾਬਤ ਵੀ ਸੋਚਦੇ ਨੇ। ਮੰਦ ਸੁਗੰਧ ਸੀਤ ਬਹਿ ਪੋਨਾ, ਮ੍ਰਿਦਲ ਸੁਦਲ ਲੈ ਕੀਨ ਵਿਛੋਨਾ। ਤੇ ਇਸੇ ਤਰ੍ਹਾਂ ਕਵੀ ਜੀ ਕਹਿੰਦੇ ਵੀ ਉਹਨਾਂ ਰੁੱਖਾਂ ਦੇ ਥੱਲੇ ਬੈਠੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੰਗਲ ਦੇ ਵਿੱਚ ਨੇ। ਆਮ ਤੌਰ ਦੇ ਉੱਤੇ ਜੇ ਦੇਖਿਆ ਜਾਵੇ ਨਾ, ਜਿੱਥੇ ਰੁੱਖ ਵੱਧ ਹੋਣ ਬਾਕੀ ਦੇ ਇਲਾਕੇ ਦੇ ਨਾਲੋਂ ਉਹਨਾਂ ਰੁੱਖਾਂ ਦੇ ਕਾਰਨ ਗਰਮੀ ਦੀ ਤਪਸ਼ ਥੋੜੀ ਘੱਟ ਹੁੰਦੀ, ਮੌਸਮ ਵਧੀਆ ਹੋ ਜਾਂਦਾ। ਤੇ ਇਸੇ ਤਰ੍ਹਾਂ ਕਹਿੰਦੇ ਉਹਨਾਂ ਰੁੱਖਾਂ ਦੇ ਹੇਠ ਜਿੱਥੇ ਮਿੱਠੀ ਮਿੱਠੀ ਸੁਗੰਧ ਵਾਲੀ ਸ਼ੀਤਲ ਪੌਣ ਵਗ ਰਹੀ ਹੈ, ਕਹਿੰਦੇ ਮਿਰਦਲ ਸੁਦਲ ਲੈ ਕੀਨ ਵਿਛੋਨਾ। ਤੇ ਕੋਮਲ ਪੱਤੇ ਜਿਹੜੇ ਸਨ ਉੱਥੇ ਜਿਹੜੇ ਵਿਖਰੇ ਹੋਏ ਸਨ, ਰੁੱਖਾਂ ਦੇ ਨਾਲੋਂ ਝੜੇ ਹੋਏ ਪੱਤੇ ਸਨ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਪੱਤਿਆਂ ਨੂੰ ਥੋੜਾ ਇਕੱਠਾ ਕਰਕੇ ਇੱਕ ਵਿਛੋਣਾ ਤਿਆਰ ਕੀਤਾ। ਉਹਨਾਂ ਪੱਤਿਆਂ ਦੀ ਸੇਜ ਤਿਆਰ ਕੀਤੀ ਹੈ। ਤਾਂ ਪਰ ਬਸਤਰ ਵਿਛਾਇਓ ਸਵੇਤਾ, ਪੋੜ ਰਹੇ ਪੁਨ ਕ੍ਰਿਪਨ ਨਕੇਤਾ। ਤਾਂ ਪਰ ਬਸਤਰ ਵਿਛਾਇਓ ਸਵੇਤਾ, ਸਵੇਤਾ ਦਾ ਭਾਵ ਹੁੰਦਾ ਚਿੱਟਾ। ਤੇ ਇਸੇ ਤਰ੍ਹਾਂ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਿੱਥੇ ਉਹ ਪੱਤਿਆਂ ਦਾ ਵਿਛੋਣਾ ਤਿਆਰ ਕੀਤਾ ਨਾ, ਪੱਤਿਆਂ ਦੀ ਸੇਜ ਤਿਆਰ ਕੀਤੀ ਹੈ, ਉਹਨਾਂ ਪੱਤਿਆਂ ਦੇ ਉੱਤੇ ਸਫੇਦ ਰੰਗ ਦੀ ਜਿਹੜੀ ਚਾਦਰ ਹੈ ਉਹ ਵਿਛਾ ਦਿੱਤੀ ਹੈ। ਪੋੜ ਰਹੇ ਪੁਨ ਕ੍ਰਿਪਨ ਨਕੇਤਾ। ਫਿਰ ਕਿਰਪਾਲੂ ਪ੍ਰਭੂ, ਕਿਰਪਾ ਦੇ ਖਜ਼ਾਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਪੋੜ ਦਾ ਭਾਵ ਹੁੰਦਾ ਲੰਮੇ ਪੈਣਾ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹ ਚਿੱਟੀ ਸਫੇਦ ਚਾਦਰ ਵਿਛਾ ਕੇ ਉਸ ਚਾਦਰ ਦੇ ਉੱਤੇ ਲੰਮੇ ਪੈ ਜਾਂਦੇ ਨੇ। ਭਏ ਨੀਂਦ ਵਸ ਮੁੰਦਰਤ ਲੋਚਨ, ਕਰਨ ਖਾਨ ਜੇ ਸੋਚ ਵਿਮੋਚਨ। ਤੇ ਇਸੇ ਤਰ੍ਹਾਂ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਰੁੱਖ ਦੀ ਛਾਂ ਦੇ ਹੇਠ ਲੰਮੇ ਪੈਂਦੇ ਨੇ, ਰਮਣੀਕ ਵਾਤਾਵਰਣ,
ਸੋਹਣੀ ਹਵਾ ਚੱਲਦੀ ਹੈ। ਤੇ ਇਸੇ ਤਰ੍ਹਾਂ ਜਦੋਂ ਲੰਮੇ ਪੈਂਦੇ ਨੇ, ਭਏ ਨੀਂਦ ਵਸ ਮਰੁੱਧ ਲੋਚਨ, ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਉੱਤੇ ਨੀਂਦ ਨੇ ਅਸਰ ਪਾ ਲਿਆ। ਤੇ ਕਹਿੰਦੇ ਕਰੁਣਾ ਖਾਣ ਜੇ ਸੋਚ ਵਿਮੋਚਨ, ਪ੍ਰੇਮ ਦੀ ਖਾਣ, ਪਿਆਰ ਦੀ ਖਾਣ, ਚਿੰਤਾ ਦਾ ਨਾਸ਼ ਕਰਨ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸੁੰਦਰ ਅੱਖਾਂ ਜਿਹੜੀਆਂ ਨੇ ਉਹ ਬੰਦ ਕਰ ਲਈਆਂ ਨੇ। ਖਟ ਘਟਕਾ ਜਬ ਸੋਤੇ ਬੀਤੀ, ਤਰਵਰ ਕੀ ਛਾਇਆ ਬਪਰੀਤੀ। ਇਸੇ ਤਰ੍ਹਾਂ ਕਹਿੰਦੇ ਜਦੋਂ ਅੱਖਾਂ ਬੰਦ ਕੀਤੀਆਂ, ਨੀਂਦ ਨੇ ਆਪਣਾ ਪ੍ਰਭਾਵ ਪਾ ਲਿਆ, ਤਾਂ ਪਾਤਸ਼ਾਹ ਜੀ ਦੇ ਖਟ ਘਟਕਾ, ਖਟ ਦਾ ਭਾਵ ਹੁੰਦਾ 6, ਘਟਕਾ ਦਾ ਭਾਵ ਹੈ ਘੜੀਆਂ, ਤੇ ਕਹਿੰਦੇ 6 ਘੜੀਆਂ ਜਦ ਸੁੱਤਿਆਂ ਬੀਤ ਗਈਆਂ, ਤਦ ਰੁੱਖ ਦੀ ਛਾਂ ਵੀ ਟਲ ਗਈ। ਜਿਸ ਛਾਂ ਦਾ ਆਸਰਾ ਲੈ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਏ ਨੇ, ਲੰਬੇ ਪਏ ਹੋਏ ਨੇ, ਉਸ ਰੁੱਖ ਦਾ ਹੁਣ ਜਦੋਂ ਸੂਰਜ ਨੇ ਆਪਣੀ ਚਾਲ ਚੱਲਦਿਆਂ, ਸੂਰਜ ਨੇ ਦਸ਼ਾ ਬਦਲੀ, ਪੂਰਬ ਤੋਂ ਪੱਛਮ ਵੱਲ ਨੂੰ ਸੂਰਜ ਵੱਧ ਰਿਹਾ, ਤਾਂ ਸੁਭਾਵਿਕ ਹੀ ਅਸੀਂ ਦੇਖਦੇ ਹਾਂ ਕਿ ਰੁੱਖਾਂ ਦੀ ਛਾਂ ਵੀ ਜਿਹੜੀ ਆ ਹੌਲੀ ਹੌਲੀ ਉਹ ਸੂਰਜ ਦੇ ਨਾਲ ਬਦਲਦੀ ਜਾਂਦੀ। ਇਸੇ ਤਰ੍ਹਾਂ ਕਹਿੰਦੇ ਜਿਹੜੀ ਰੁੱਖ ਦੀ ਛਾਂ ਸੀ ਉਹ ਵੀ ਢਲਣੀ ਸ਼ੁਰੂ ਹੋ ਗਈ। ਪੱਛਮ ਦਿਸ਼ਾ ਤਰਨ ਬਹੁ ਜਾਵਾ, ਮੁਖ ਪੰਕਜ ਪਰ ਆਤਮ ਆਵਾ। ਤੇ ਇਸੇ ਤਰ੍ਹਾਂ ਕਹਿੰਦੇ ਲਹਿੰਦੇ ਵਾਲੇ ਪਾਸੇ ਵੱਲ ਸੂਰਜ ਜਿਹੜਾ ਹੈ, ਪੱਛਮ ਦਿਸ਼ਾ ਵੱਲ ਨੂੰ ਸੂਰਜ ਜਿਹੜਾ ਹੈ ਉਹ ਵੱਧ ਰਿਹਾ ਹੈ, ਚਲੇ ਗਿਆ। ਮੁਖ ਪੰਕਜ ਪਰ ਆਤਮ ਆਵਾ, ਆਤਮ ਦਾ ਭਾਵ ਹੁੰਦਾ ਹੈ ਧੁੱਪ। ਤੇ ਇਸੇ ਤਰ੍ਹਾਂ ਕਹਿੰਦੇ ਕਮਲ ਮੁਖ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸੀਸ ਦੇ ਉੱਤੇ ਉਹ ਜਿਹੜੀ ਰੁੱਖ ਦੀ ਛਾਂ ਸੀ, ਉਹ ਛਾਂ ਢਲ ਜਾਣ ਦੇ ਕਾਰਨ ਪਾਤਸ਼ਾਹ ਜੀ ਦੇ ਕੋਮਲ ਮੁਖ ਦੇ ਉੱਤੇ ਕਹਿੰਦੇ ਧੁੱਪ ਆ ਗਈ ਹੈ। ਸਵੇਦੰ ਬਿੰਦ ਬੂੰਦ ਮਕਰੰਦਾ, ਰਾਤ ਜਿਵ ਪਾਤਨ ਅਰਬਿੰਦਾ। ਹੁਣ ਧੁੱਪ ਪੈਣ ਦੇ ਕਾਰਨ ਵਿਸਾਖ ਦਾ ਮਹੀਨਾ ਹੈ, ਗਰਮੀ ਦੀ ਰੁੱਤ ਸ਼ੁਰੂ ਹੋ ਗਈ ਹੈ, ਤੇ ਪਾਤਸ਼ਾਹ ਜੀ ਦੇ ਕੋਮਲ ਮੁਖ ਦੇ ਉੱਤੇ ਜਦੋਂ ਧੁੱਪ ਨੇ ਆਪਣਾ ਪ੍ਰਤਾਪ ਉਸਾਰਿਆ, ਜਦੋਂ ਧੁੱਪ ਪਾਤਸ਼ਾਹ ਜੀ ਦੇ ਮੁਖ ਦੇ ਉੱਤੇ ਆਈ ਹੈ, ਤੇ ਇਸੇ ਤਰ੍ਹਾਂ ਕਹਿੰਦੇ ਪਸੀਨੇ ਦੀਆਂ ਬੂੰਦਾਂ ਤੇ ਉਹਨਾਂ ਦੇ ਸਰੀਰ ਦੇ ਉੱਤੇ ਚੋਣ ਲੱਗੀਆਂ। ਤੇ ਇਸੇ ਤਰ੍ਹਾਂ ਕਹਿੰਦੇ ਜਿਹੜੇ ਪਸੀਨੇ ਦੀਆਂ ਬੂੰਦਾਂ ਮਾਨੋ ਮਕਰੰਦ ਰਸ ਦੀਆਂ ਬੂੰਦਾਂ ਸਨ। ਰਾਜ ਧੁੱਪ ਜੀਵ ਪਾਤਨ ਰਵਿੰਦਾ, ਤੇ ਇਸੇ ਤਰ੍ਹਾਂ ਜਿਹੜੀਆਂ ਨੇ ਕੋਮਲ ਪੱਤੀਆਂ ਦੇ ਜਲ ਦੀਆਂ ਬੂੰਦਾਂ ਵਾਂਗ ਫਵ ਰਹੀਆਂ ਨੇ। ਜਿਵੇਂ ਪੱਤੀਆਂ ਦੇ ਉੱਤੇ ਪਾਣੀ ਆਮ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਪਾਣੀ ਚੋਰਿਆ ਹੋਵੇ ਨਾ, ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸੀਸ ਦੇ ਉੱਤੇ ਜਿਹੜਾ ਉਹ ਪਸੀਨਾ ਆਇਆ ਹੈ, ਮੁੜਕਾ ਆਇਆ ਹੈ, ਉਹ ਕਹਿੰਦੇ ਉਹ ਵੀ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਜਿਵੇਂ ਕੋਮਲ ਪੱਤੀਆਂ ਦੇ ਉੱਤੇ ਉਹ ਪਾਣੀ ਬੂੰਦਾਂ ਜਿਹੜੀਆਂ ਨੇ ਉਹ ਚੋ ਰਹੀਆਂ ਹੋਣ। ਕਿਦੋਂ ਚੰਦਰਮਾ ਮੰਡਲ ਮਾਹੀ, ਕਿਨਕਾ ਸ਼ਰਬਤ ਪਿਊਖ ਸੁਹਾਈ। ਕਹਿੰਦੇ ਚੰਦ ਵਰਗੇ ਮੁਖੜੇ ਤੋਂ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮੁਖੜੇ ਤੋਂ ਕਹਿੰਦੇ ਅੰਮ੍ਰਿਤ ਰੂਪੀ ਜਲ ਦੀਆਂ ਜਿਹੜੀਆਂ ਨੇ ਕਿਣਕੇ ਜਿਹੜੇ ਨੇ ਉਹ ਚੋ ਰਹੇ ਨੇ। ਕਿਨਕਾ ਸ਼ਰਬਤ ਪਿਊਖ ਸੁਹਾਈ, ਤੇ ਇਸੇ ਤਰ੍ਹਾਂ ਉਹ ਸਾਰਾ ਕੁਝ ਕਹਿੰਦੇ ਜਿਹੜੀਆਂ ਅੰਮ੍ਰਿਤ ਰੂਪੀ ਕਿਣਕੇ ਚੋ ਰਹੇ ਨੇ ਉਹ ਬਹੁਤ ਸੋਹਣੇ ਪ੍ਰਤੀਤ ਹੋ ਰਹੇ ਨੇ। ਸ਼ੇਖ ਨਾਗ ਲਖ ਸ਼ੈਨ ਮਿਲਾਪੀ, ਆਤ ਉਥ ਪਿਓ ਉਰ ਥਾਪੀ। ਇਸੇ ਤਰ੍ਹਾਂ ਕਹਿੰਦੇ ਹੁਣ ਉਸ ਥਾਂ ਦੇ ਉੱਤੇ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਿਰਾਜਮਾਨ ਹੋਏ ਨੇ ਨਾ, ਰੁੱਖ ਦੀ ਛਾਂ ਵੀ ਢਲ ਗਈ ਹੈ। ਜੰਗਲਾਂ ਦੇ ਵਿੱਚ ਆਮ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਜੀਵ ਬਹੁਤ ਹੁੰਦੇ ਨੇ। ਹੁਣ ਕਹਿੰਦੇ ਉਸੇ ਥਾਂ ਦੇ ਉੱਤੇ ਇੱਕ ਸ਼ੇਸ਼ ਨਾਗ ਆ ਜਾਂਦਾ, ਤੇ ਸ਼ੇਸ਼ ਨਾਗ ਨੇ ਸੇਜਾਂ ਦੇ ਮਾਲੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੇ ਸੋਹਣੀ ਸੇਜ ਵਿਛਾ ਕੇ, ਉੱਥੇ ਪੱਤਿਆਂ ਦੀ ਸੇਜ ਵਿਛਾ ਕੇ, ਉੱਤੇ ਸੋਹਣੇ ਰੰਗ ਦੀ ਸਫੇਦ ਰੰਗ ਦੀ ਚਾਦਰ ਵਿਛਾ ਕੇ ਆਰਾਮ ਕਰ ਰਹੇ ਨੇ ਨਾ, ਉਹ ਰੁੱਖ ਦੀ ਛਾਂ ਢਲ ਜਾਣ ਦੇ ਕਾਰਨ ਕਹਿੰਦੇ ਹੁਣ ਸ਼ੇਸ਼ ਨਾਗ ਨੇ ਸੇਜਾਂ ਦੇ ਮਾਲੀ ਨੂੰ ਵੇਖ ਕੇ ਇਹ ਮਨ ਦੇ ਵਿੱਚ ਧਾਰਿਆ ਵੀ ਇਹਨਾਂ ਦੇ ਜਿਹੜੀ ਸੀਸ ਦੇ ਉੱਤੇ ਧੁੱਪ ਪੈ ਰਹੀ ਹੈ ਨਾ, ਇਹਨਾਂ ਨੂੰ ਆਰਾਮ ਕਰਨ ਦੇ ਵਿੱਚ ਵਿਘਨ ਆ ਰਹੀ ਹੈ, ਤੇ ਇਹ ਆਨੰਦ ਲੈ ਰਹੇ ਨੇ। ਤੇ ਇਸੇ ਕਰਕੇ ਹੁਣ ਸ਼ੇਸ਼ ਨਾਗ ਦੇ ਮਨ ਦੇ ਵਿੱਚ ਇਹ ਵਿਚਾਰ ਆਈ ਮੈਂ ਇਸ ਧੁੱਪ ਨੂੰ ਹਟਾਵਾਂ। ਸ਼ੇਸ਼ ਨਾਗ ਵੀ ਸੋਚ ਰਿਹਾ ਵੀ ਇਹਨਾਂ ਦਾ ਇਹ ਧੁੱਪ ਦਾ ਪ੍ਰਭਾਵ ਇਹਨਾਂ ਦੇ ਸਰੀਰ ਦੇ ਉੱਤੇ ਨਾ ਪਵੇ। ਇਹ ਰੁੱਖ ਦਾ ਆਸਰਾ ਲੈ ਕੇ ਛਾਵੇਂ ਬੈਠੇ ਸਨ ਨਾ, ਤੇ ਇਸੇ ਕਰਕੇ ਹੁਣ ਸ਼ੇਸ਼ ਨਾਗ ਸੋਚਦਾ ਵੀ ਇਹਨਾਂ ਦੇ ਸੀਸ ਦੇ ਉੱਤੇ ਧੁੱਪ ਨਾ ਪਵੇ, ਤੇ ਮੈਂ ਇਸ ਲਈ ਕੁਝ ਕਾਰਜ ਕਰਦਾ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕੀਤਾ ਹੈ। ਅਧਿਆਇ 11ਵੇਂ ਦਾ ਪ੍ਰਸੰਗ, ਜਿਸ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਉੱਤੇ ਸੱਪ ਛਾਂ ਕਰਦਾ ਹੈ, ਉਹ ਪ੍ਰਸੰਗ ਅਸੀਂ ਸਰਵਣ ਕੀਤਾ ਹੈ, ਆਰੰਭ ਕੀਤਾ ਹੈ। ਅਗਲੇਰੇ ਦੀਵਾਨਾਂ ਦੇ ਵਿੱਚ ਅਸੀਂ ਸਰਵਣ ਕਰਾਂਗੇ ਕਿ ਕਿਸ ਤਰ੍ਹਾਂ ਉਹ ਸ਼ੇਸ਼ ਨਾਗ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮੁਖ ਦੇ ਉੱਤੋਂ ਜਿਹੜੀ ਧੁੱਪ ਹੈ ਉਹ ਦੂਰ ਕਰਦਾ ਹੈ। ਤੇ ਇਸ ਪ੍ਰਸੰਗ ਦੇ ਵਿੱਚ
ਕਿਸ ਤਰ੍ਹਾਂ ਉਹਨਾਂ ਦੀ ਵਡਿਆਈ ਦੇਖਦੇ ਹਾਂ, ਸਾਰਾ ਕੁਝ ਵਰਤਾਂਤ ਦੇਖਦੇ ਹਾਂ, ਇਹ ਪਾਤਸ਼ਾਹ ਜੀ ਦੀ ਲੀਲਾ ਦੇਖਦੇ ਹਾਂ, ਕੌਤਕ ਦੇਖਦੇ ਹਾਂ। ਕਿਹੜੇ ਕਿਹੜੇ ਨਗਰ ਦੇ ਲੋਕ ਇਸ ਕੌਤਕ ਨੂੰ ਦੇਖਣ ਦੇ ਵਾਸਤੇ ਉੱਥੇ ਇਕੱਤਰਤ ਹੁੰਦੇ ਨੇ। ਅਗਲੇਰੇ ਦੀਵਾਨਾਂ ਦੇ ਵਿੱਚ ਅਸੀਂ ਇਸ ਲੜੀਵਾਰ ਪ੍ਰਸੰਗ ਦੀ ਵਿਚਾਰ ਸਰਵਣ ਕਰਾਂਗੇ। ਵਿਚਾਰਾ ਕਰਦੇ ਭੁੱਲਾ ਚੁੱਕਾ ਹੋ ਜਾਣੀਆਂ ਸੁਭਾਵਿਕ ਨੇ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਬਖਸ਼ਦੇ ਹੋਏ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।